ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ ਪਾਠ 9 ਫਸਲਾਂ ਦੀ ਕਹਾਣੀ ਅਤੇ ਇਸ ਦਾ ਜਿਹੜਾ ਲੇਖਕ ਹੈ ਉਹ ਹੈ ਦੇਵੇਂਦਰ ਮੇਵਾੜੀ ਅਤੇ ਅਨੁਵਾਦਕ ਹੈ ਖੁਸ਼ਵੰਤ ਬਰਗਾੜੀ। ਅਨੁਵਾਦਕ ਯਾਨੀ ਕਿ ਜਿਸ ਨੇ ਇਸ ਦੀ ਰਚਨਾ ਕੀਤੀ ਉਹ ਹੈ ਦੇਵੇਂਦਰ ਮੇਵਾੜੀ ਅਤੇ ਅਨੁਵਾਦਕ ਦਾ ਅਰਥ ਹੈ ਅਨੁਵਾਦ ਕਰਨ ਵਾਲਾ। ਅਨੁਵਾਦ ਦਾ ਅਰਥ ਹੈ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਵਿੱਚ ਕਿਸੇ ਰਚਨਾ ਨੂੰ ਪਲਟਾਉਣਾ, ਯਾਨੀ ਕਿ ਉਸੇ ਹੀ ਰਚਨਾ ਦਾ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਵਿੱਚ ਉਸ ਨੂੰ ਪੇਸ਼ ਕਰਨਾ ਅਤੇ ਉਸ ਨੂੰ ਪੇਸ਼ ਕਰਨ ਵਾਲੇ ਨੂੰ ਅਨੁਵਾਦਕ ਕਿਹਾ ਜਾਂਦਾ ਹੈ। ਅਤੇ ਜਿਸ ਨੇ ਇਸ ਦਾ ਅਨੁਵਾਦ ਕੀਤਾ ਹੈ ਉਹ ਹੈ ਖੁਸ਼ਵੰਤ ਬਰਗਾੜੀ। ਲੇਖ ਦਾ ਸਾਰ ਹੈ ਫਸਲਾਂ ਦੀ ਕਹਾਣੀ। ਫਸਲਾਂ ਦੀ ਕਹਾਣੀ ਦੇ ਵਿੱਚ ਇਸ ਪਾਠ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਜਿਹੜੀਆਂ ਹੈ ਸਾਡੀਆਂ ਫਸਲਾਂ ਦਾ ਜਨਮ ਹੋਇਆ ਹੈ ਅਤੇ ਸਾਡੇ ਜਿਹੜੇ ਪਹਿਲੇ ਲੋਕ ਸਨ, ਆਦਿ ਮਾਨਵ ਸਨ, ਉਹਨਾਂ ਨੇ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕੀਤਾ ਹੈ ਅਤੇ ਹੌਲੀ ਹੌਲੀ ਜਿਹੜਾ ਹੈ ਕਿਸ ਤਰ੍ਹਾਂ ਅੱਗੇ ਜਿਹੜਾ ਹੈ ਫਸਲਾਂ ਦਾ ਜਨਮ ਹੋਇਆ ਅਤੇ ਸਾਡਾ ਜੀਵਨ ਜਿਹੜਾ ਹੈ ਅੱਗੇ ਵੱਲ ਨੂੰ ਵੱਧਦਾ ਚਲਾ ਗਿਆ। ਲੇਖ ਦਾ ਸਾਰ ਦੇਖੋ। ਅੱਜ ਤੋਂ 1 ਲੱਖ ਸਾਲ ਪਹਿਲਾਂ ਸਾਡੇ ਵੱਡੇ ਵਡੇਰੇ ਆਦਿ ਮਾਨਵ ਸਨ। ਉਹ ਗੁਫਾਵਾਂ ਵਿੱਚ ਰਹਿੰਦੇ ਸਨ ਅਤੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਸਨ। ਕੰਦ ਮੂਲ ਦਾ ਅਰਥ ਹੈ ਕਿ ਜੰਗਲ ਦੇ ਵਿੱਚ ਜਿਹੜਾ ਹੈ ਕੱਚੇ ਫਲ ਹੁੰਦੇ ਸਨ, ਫੁੱਲ ਪੱਤੀਆਂ ਜਿਹੜੀਆਂ ਹਨ, ਪਹਿਲਾਂ ਆਦਿ ਮਾਨਵ ਲੋਕ ਹਨ ਜਿਹੜਾ ਉਹ ਹੀ ਖਾ ਕੇ ਜਿਹੜਾ ਗੁਜ਼ਾਰਾ ਕਰਦੇ ਸਨ, ਉਹਨਾਂ ਨੂੰ ਕੰਦਮੂਲ ਕਿਹਾ ਜਾਂਦਾ ਸੀ। ਅਤੇ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਅਤੇ ਉਹਨਾਂ ਦਾ ਕੱਚਾ ਮਾਸ ਖਾਂਦੇ ਸਨ। ਅੱਗ ਦੀ ਖੋਜ ਨਾਲ ਉਹ ਮਾਸ ਭੁੰਨ ਕੇ ਖਾਣ ਲੱਗ ਪਏ। ਯਾਨੀ ਕਿ ਪਹਿਲਾਂ ਜਦੋਂ ਅੱਗ ਦਾ ਜਨਮ ਨਹੀਂ ਸੀ ਹੋਇਆ, ਉਹਨਾਂ ਨੇ ਅੱਗ ਦੀ ਖੋਜ ਨਹੀਂ ਸੀ ਕੀਤੀ, ਤਾਂ ਉਹ ਜਿਹੜਾ ਹੈ ਕੱਚਾ ਮਾਸ ਹੀ ਸ਼ਿਕਾਰ ਕਰਕੇ ਖਾਂਦੇ ਸਨ। ਪਰ ਜਦੋਂ ਉਹਨਾਂ ਨੇ ਹੌਲੀ ਹੌਲੀ ਅੱਗ ਦਾ ਅੱਗੇ ਵੱਲ ਨੂੰ ਵੱਧਦੇ ਗਏ, ਅੱਗ ਦਾ ਖੋਜ ਕਰ ਲਈ ਅਤੇ ਉਹ ਮਾਸ ਨੂੰ ਭੁੰਨ ਕੇ ਖਾਣ ਲੱਗ ਪਏ। ਜਦੋਂ ਆਦਿ ਮਾਨਵ ਗੁਫਾ ਤੋਂ ਬਾਹਰ ਨਿਕਲਿਆ ਤਾਂ ਉਸਨੇ ਲਹਿਰਾਉਂਦਾ ਘਾਹ ਨੂੰ ਦੇਖਿਆ। ਕੁਝ ਬੀਜ ਝੜ ਕੇ ਧਰਤੀ ਉੱਤੇ ਡਿੱਗ ਪਏ ਅਤੇ ਮੀਂਹ ਪੈਣ ਨਾਲ ਧਰਤੀ ਗਿੱਲੀ ਹੋ ਗਈ ਅਤੇ ਬੀਜ ਉੱਗ ਪਏ। ਯਾਨੀ ਕਿ ਜਦੋਂ ਆਦਿ ਮਾਨਵ ਜਿਹੜੇ ਸਨ ਪਹਿਲਾਂ ਜਿਹੜੇ ਸਨ ਗੁਫਾਵਾਂ ਦੇ ਵਿੱਚ ਰਹਿੰਦੇ ਸਨ, ਪਰ ਜਦੋਂ ਉਹ ਗੁਫਾਵਾਂ ਤੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਬਾਹਰ ਜਿਹੜਾ ਹੈ ਹਰਾ ਭਰਾ ਘਾਹ ਹਵਾ ਦੇ ਵਿੱਚ ਲਹਿਰਾ ਰਿਹਾ ਹੈ। ਉਸ ਦੇ ਜਿਹੜੇ ਬੀਜ ਸਨ ਉਹ ਹਵਾ ਦੇ ਨਾਲ ਧਰਤੀ ਦੇ ਉੱਤੇ ਡਿੱਗੇ। ਉਸ ਤੋਂ ਬਾਅਦ ਜਿਹੜਾ ਹੈ ਉੱਥੇ ਮੀਂਹ ਪਿਆ, ਧਰਤੀ ਗਿੱਲੀ ਹੋ ਗਈ। ਧਰਤੀ ਗਿੱਲੀ ਹੋਣ ਦੇ ਨਾਲ ਜਿਹੜਾ ਹੈ ਬੀਜ ਡਿੱਗਿਆ ਹੋਇਆ ਦਾ ਉਹਨਾਂ ਦਾ ਦੁਬਾਰਾ ਜਨਮ ਹੋ ਗਿਆ ਅਤੇ ਇਸ ਤਰ੍ਹਾਂ ਜਿਹੜਾ ਹੈ ਉਹਨਾਂ ਬੀਜਾਂ ਤੋਂ ਹੀ ਦੁਬਾਰਾ ਜਿਹੜਾ ਹੈ ਘਾਹ ਫਸਲ ਯਾਨੀ ਕਿ ਉੱਗ ਪਈ। ਇਸ ਤਰ੍ਹਾਂ ਹਵਾ ਚੱਲਣ ਨਾਲ ਬੀਜ ਝੜਦੇ ਰਹੇ ਅਤੇ ਉੱਗਦੇ ਰਹੇ। ਯਾਨੀ ਕਿ ਉਹ ਬਾਰ ਇਸੇ ਤਰ੍ਹਾਂ ਹੀ ਦੇਖਦਾ ਰਿਹਾ ਕਿ ਉਹ ਜਿਹੜੀ ਫਸਲ ਦਾ ਜਨਮ ਹੋਇਆ ਉਹਨਾਂ ਤੋਂ ਫਿਰ ਬੀਜ ਬਣੇ, ਫਿਰ ਉਹ ਧਰਤੀ 'ਤੇ ਡਿੱਗੇ, ਉੱਥੇ ਫਿਰ ਮੀਂਹ ਪਿਆ, ਤਾਂ ਇਸੇ ਤਰ੍ਹਾਂ ਹੀ ਉਹਨਾਂ ਦਾ ਦੁਬਾਰਾ ਜਿਹੜਾ ਹੈ ਜਨਮ ਹੋ ਗਿਆ। ਸਾਡੇ ਵੱਡੇ ਵਡੇਰੇ ਆਦਿ ਮਾਨਵ ਉਹਨਾਂ ਨੂੰ ਇਕੱਠਾ ਕਰਦੇ ਰਹੇ ਅਤੇ ਬੀਜ ਕੇ ਫਸਲ ਉਗਾਉਣਾ ਸਿੱਖ ਗਏ। ਯਾਨੀ ਕਿ ਜਦੋਂ ਉਹਨੇ ਦੇਖਿਆ ਕਿ ਇਹਨਾਂ ਬੀਜਾਂ ਤੋਂ ਜਿਹੜਾ ਹੈ ਫਸਲ ਦਾ ਜਨਮ ਹੋ ਰਿਹਾ, ਤਾਂ ਹੌਲੀ ਹੌਲੀ ਉਸਨੇ ਉਹ ਬੀਜ ਇਕੱਠੇ ਕਰਨੇ ਸ਼ੁਰੂ ਕੀਤੇ। ਤਾਂ ਉਹ ਬੀਜਾਂ ਨੂੰ ਜਿਹੜਾ ਹੈ ਧਰਤੀ ਦੇ ਵਿੱਚ ਬੀਜ ਕੇ ਉਹਨਾਂ ਤੋਂ ਫਸਲ ਉਗਾਉਣਾ ਜਿਹੜਾ ਹੈ ਸ਼ੁਰੂ ਕਰ ਦਿੱਤੀ। ਖੇਤੀ ਕਰਨ ਲਈ ਉਹਨਾਂ ਗਧੇ, ਘੋੜੇ ਅਤੇ ਬਲਦ ਆਦਿ ਪਾਲ ਕੇ ਉਹਨਾਂ ਤੋਂ ਖੇਤੀ ਦਾ ਕੰਮ ਲਿਆ। ਉਹਨਾਂ ਨੇ ਜੰਗਲ ਸਾਫ਼ ਕਰਕੇ ਹਲ ਵਾਹਿਆ, ਬੀਜ ਬੀਜੇ ਅਤੇ ਫਸਲ ਤਿਆਰ ਕੀਤੀ ਅਤੇ ਅਨਾਜ ਦੇ ਭੰਡਾਰ ਭਰੇ। ਯਾਨੀ ਕਿ ਜਿਹੜਾ ਉਹਨਾਂ ਨੇ ਗਧੇ, ਘੋੜੇ, ਜਿਹੜੇ ਪਸ਼ੂ ਪਾਲਣ ਉਹ ਕਰਦੇ ਸਨ, ਉਹਨਾਂ ਤੋਂ ਹੌਲੀ ਹੌਲੀ ਖੇਤੀ ਦਾ ਕੰਮ ਲੈਣਾ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਫਸਲ ਤਿਆਰ ਕਰਕੇ ਅਨਾਜ ਦੇ ਭੰਡਾਰ ਭਰੇ। ਭੰਡਾਰ ਭਰਨ ਦਾ ਮਤਲਬ ਹੈ ਕਿ ਅਨਾਜ ਦੀ ਫਸਲ ਜਿਹੜੀ ਹੈ ਉਸਨੂੰ ਇਕੱਠਾ ਕਰਨਾ। ਅਤੇ ਲੋਕ ਨਦੀਆਂ ਦੇ ਕਿਨਾਰੇ ਇਕੱਠੇ ਰਹਿਣ ਲੱਗ ਪਏ। ਹੌਲੀ ਹੌਲੀ ਪਿੰਡ ਬਣ ਗਏ। ਪਿੰਡਾਂ ਤੋਂ ਨਗਰ ਅਤੇ ਨਗਰਾਂ ਤੋਂ ਸ਼ਹਿਰਾਂ ਨੇ ਰੂਪ ਧਾਰਨ ਕਰ ਲਿਆ। ਯਾਨੀ ਕਿ ਲੋਕ ਨਦੀਆਂ ਦੇ ਕਿਨਾਰੇ ਕਿਉਂ ਰਹਿਣ ਲੱਗ ਪਏ ਕਿ ਨਦੀਆਂ ਦੇ ਕਿਨਾਰੇ ਜਿਹੜੀ ਹੈ ਧਰਤੀ ਹੁੰਦੀ ਹੈ ਉਹ ਫਸਲ ਲਈ ਕਾਫੀ ਉਪਜਾਊ ਹੁੰਦੀ ਹੈ। ਇਸ ਲਈ ਹੌਲੀ ਹੌਲੀ ਉਹ ਨਦੀਆਂ ਦੇ ਕਿਨਾਰੇ ਰਹਿਣ ਲੱਗੇ ਅਤੇ ਉੱਥੇ ਹੀ ਜਿਹੜੇ ਹਨ ਇਕੱਠੇ ਹੋ ਕੇ ਹੌਲੀ ਹੌਲੀ ਪਿੰਡਾਂ ਦਾ ਜਨਮ ਹੋ ਗਿਆ। ਪਿੰਡਾਂ ਤੋਂ ਜਿਹੜੇ ਹੈ ਨਗਰ ਬਣੇ। ਨਗਰ ਦਾ ਮਤਲਬ ਹੈ ਕਿ ਜਿਹੜੇ ਪਿੰਡਾਂ ਤੋਂ ਵੱਡੇ ਥੋੜ੍ਹੇ ਕਸਬੇ ਹੁੰਦੇ ਹਨ ਉਹਨਾਂ ਨੂੰ ਨਗਰ ਕਿਹਾ ਜਾਂਦਾ ਹੈ। ਨਗਰ ਬਣੇ ਅਤੇ ਉਹਨਾਂ ਤੋਂ ਵੱਡੇ ਜਿਹੜੇ ਹਨ ਮਤਲਬ ਹੋਰ ਜ਼ਿਆਦਾ ਜਦੋਂ ਉੱਥੇ ਰਹਿਣ ਲੱਗੇ ਤਾਂ ਸ਼ਹਿਰਾਂ ਨੇ ਜਨਮ ਲੈ ਲਿਆ। ਯਾਨੀ ਕਿ ਸ਼ਹਿਰਾਂ ਦਾ ਰੂਪ ਜਿਹੜਾ ਹੈ ਨਗਰਾਂ ਨੇ ਧਾਰਨ ਕਰ ਲਿਆ। ਅਤੇ ਸਿੰਧੂ ਘਾਟੀ ਦੀ ਸੱਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਣੀ ਸੱਭਿਅਤਾ ਸੀ। ਸੱਭਿਅਤਾ ਦਾ ਮਤਲਬ ਹੈ ਕਿ ਕਿਸੇ ਇਲਾਕੇ ਦੇ ਵਿੱਚ ਜਿਹੜੇ ਹੈ ਲੋਕਾਂ ਦੇ ਜੀਵਨ ਬਤੀਤ ਕਰਨ ਦਾ ਜਿਹੜਾ ਢੰਗ ਹੈ ਉਸਨੂੰ ਸੱਭਿਅਤਾ ਕਿਹਾ ਜਾਂਦਾ ਕਿ ਉੱਥੇ ਦੀ ਜਿਹੜੀ ਸੱਭਿਅਤਾ ਹੈ ਸਭ ਤੋਂ ਪੁਰਾਣੇ ਜਿਹੜੇ ਹਨ ਸੱਭਿਅਤਾ ਸੀ। ਇਸ ਘਾਟੀ ਦੇ ਲੋਕਾਂ ਨੇ ਜੌਂ, ਕਣਕ, ਕਪਾਹ, ਤਿਲ, ਮਟਰ ਅਤੇ ਮਸਰਾਂ ਦੀ ਖੇਤੀ ਜਿਹੜੀ ਹੈ ਕੀਤੀ। ਯਾਨੀ ਕਿ ਸਿੰਧੂ ਘਾਟੀ ਦੇ ਜਿਹੜੇ ਲੋਕ ਸਨ ਉਹਨਾਂ ਨੇ ਕਣਕ, ਜੌਂ, ਕਪਾਹ, ਕਣਕ, ਤਿਲ ਅਤੇ ਮਟਰ ਮਸਰਾਂ ਦੀ ਆਦਿ ਦੀ ਖੇਤੀ ਸ਼ੁਰੂ ਕੀਤੀ। ਉਹਨਾਂ ਨੇ ਭੇਡ ਬੱਕਰੀਆਂ, ਮੁਰਗੀਆਂ, ਗਾਂ, ਬਲਦ, ਹਾਥੀ, ਘੋੜੇ ਵੀ
ਪਾਲੇ। ਉਹਨਾਂ ਨੇ ਮੋਹਨਜੋਦੜੋ ਅਤੇ ਹੜੱਪਾ ਵਰਗੇ ਨਗਰ ਵਸਾਏ, ਯਾਨੀ ਕਿ ਸਿੰਧੂ ਘਾਟੀ ਦੇ ਵਿੱਚ ਹੀ ਜਿਹੜੇ ਹਨ ਮੋਹਨਜੋਦੜੋ ਅਤੇ ਹੜੱਪਾ ਦੀ ਜਿਹੜੀ ਸੰਸਕ੍ਰਿਤੀ ਹੈ ਉਹਨਾਂ ਦੇ ਨਗਰ ਜਿਹੜੇ ਸਨ ਜਨਮ ਲਿਆ। ਫਿਰ ਇੱਥੇ ਅਨਾਜ ਦੇ ਬਹੁਤ ਵੱਡੇ ਵੱਡੇ ਭੰਡਾਰ ਸਥਾਪਿਤ ਕੀਤੇ। ਇਸ ਅਨਾਜ ਨੂੰ ਇੱਧਰ ਉੱਧਰ ਲੈ ਕੇ ਜਾਣ ਲਈ ਬਲਦ ਗੱਡੀਆਂ ਵੀ ਬਣਾਈਆਂ। ਫਸਲਾਂ ਦੀ ਸਿੰਚਾਈ ਲਈ ਬੰਨ੍ਹ ਬਣਾਏ ਅਤੇ ਨਹਿਰਾਂ ਬਣਾਈਆਂ। ਬੰਨ੍ਹ ਬਣਾਉਣ ਦਾ ਮਤਲਬ ਹੈ ਕਿ ਜਿਹੜੇ ਮਿੱਟੀ ਦੇ ਛੋਟੇ ਛੋਟੇ ਰਸਤੇ ਬਣਾਏ ਸਨ ਪਾਣੀ ਲੰਘਣ ਲਈ ਖੇਤਾਂ ਦੇ ਵਿੱਚ, ਉਸ ਨੂੰ ਬੰਨ੍ਹ ਕਿਹਾ ਜਾਂਦਾ ਕਿ ਉਹਨਾਂ ਦੇ ਜਿਹੜਾ ਹੈ ਇੱਧਰ ਉੱਧਰ ਜਿਹੜਾ ਹੈ ਜਾਣ ਲਈ ਗੱਡੀਆਂ ਵੀ ਬਣਾਈਆਂ। ਫਸਲਾਂ ਦੀ ਜਿਹੜਾ ਹੈ ਜਨਮ ਲਿਆ ਅਤੇ ਹੌਲੀ ਹੌਲੀ ਜਿਹੜਾ ਹੈ ਸਿੰਚਾਈ ਕੀਤੀ ਅਤੇ ਨਹਿਰਾਂ ਦਾ ਜਿਹੜਾ ਹੈ ਉਸਨੂੰ ਖੇਤੀ ਦੇ ਨਾਲ ਜੋੜਿਆ। ਫਿਰ ਵੈਦਿਕ ਯੁੱਗ ਆਇਆ, ਯਾਨੀ ਕਿ ਸਿੰਧੂ ਘਾਟੀ ਤੋਂ ਬਾਅਦ ਜਿਹੜਾ ਹੈ ਉਸ ਸੱਭਿਅਤਾ ਸੀ ਸਿੰਧੂ ਘਾਟੀ ਦੀ, ਉਸ ਤੋਂ ਬਾਅਦ ਜਿਹੜਾ ਹੈ ਵੈਦਿਕ ਯੁੱਗ ਆਇਆ ਅਤੇ ਆਰਿਆ ਲੋਕਾਂ ਨੇ ਵੀ ਫਸਲਾਂ ਬੀਜੀਆਂ। ਅਤੇ ਇੱਥੇ ਜਿਹੜੇ ਲੋਕ ਸਨ ਆਰਿਆ ਲੋਕ ਸਨ, ਉਹਨਾਂ ਨੇ ਵੀ ਜਿਹੜਾ ਹੈ ਫਸਲਾਂ ਨੂੰ ਕਾਫੀ ਰੂਪ ਦੇ ਵਿੱਚ ਜਨਮ ਦਿੱਤਾ। ਉਹ ਅੰਨ ਨੂੰ ਦੇਵਤਾ ਅਤੇ ਪਵਿੱਤਰ ਮੰਨਦੇ ਸਨ। ਉਹ ਵੀ ਕਣਕ, ਤਿਲ ਅਤੇ ਜੌਂ ਦੀ ਖੇਤੀ ਕਰਦੇ ਸਨ। ਉਹ ਗੰਨਾ ਵੀ ਉਗਾਉਣ ਲੱਗ ਪਏ, ਯਾਨੀ ਕਿ ਗੰਨੇ ਦੀ ਖੇਤੀ ਜਿਹੜੀ ਹੈ ਵੈਦਿਕ ਯੁੱਗ ਦੇ ਵਿੱਚ ਸ਼ੁਰੂ ਹੁੰਦੀ ਹੈ ਆਰਿਆ ਲੋਕਾਂ ਦੁਆਰਾ, ਅਤੇ ਭਾਰਤ ਵਿੱਚ ਜਿਹੜਾ ਹੈ ਖੇਤੀ ਫੈਲਣੀ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਗਊ ਪਾਲਣ ਵੀ ਵੱਧ ਗਿਆ, ਦੇਸ਼ ਖੁਸ਼ਹਾਲ ਬਣ ਗਿਆ। ਯਾਨੀ ਕਿ ਜਿਹੜਾ ਗਊ ਪਾਲਣ ਹੈ ਉਹ ਵੀ ਵੈਦਿਕ ਯੁੱਗ ਦੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਹੌਲੀ ਹੌਲੀ ਜਿਹੜਾ ਹੈ ਦੇਸ਼ ਖੁਸ਼ਹਾਲ ਹੁੰਦਾ ਚਲਾ ਗਿਆ। ਨੀਲ ਨਦੀ ਘਾਟੀ ਵਿੱਚ ਵੀ ਖੇਤੀ ਸ਼ੁਰੂ ਹੋ ਗਈ, ਯਾਨੀ ਕਿ ਨੀਲ ਨਦੀ ਜਿਹੜੀ ਹੈ ਉਹ ਕਾਫੀ ਵੱਡੀ ਨਦੀ ਹੈ ਅਤੇ ਉੱਥੇ ਵੀ ਜਿਹੜਾ ਹੈ ਉਸ ਦੇ ਇਲਾਕੇ ਵਿੱਚ ਜਿਹੜੇ ਲੋਕ ਰਹਿੰਦੇ ਸਨ ਉੱਥੇ ਵੀ ਜਿਹੜੀ ਹੈ ਖੇਤੀ ਸ਼ੁਰੂ ਕੀਤੀ ਗਈ। ਉਹਨਾਂ ਦੇ ਕਣਕ, ਮਟਰ, ਚੁਕੰਦਰ, ਕਪਾਹ, ਅੰਜੀਰ, ਖਜੂਰ ਅਤੇ ਜੈਤੂਨ ਦੀ ਫਸਲ ਉਗਾਉਣੀ ਸ਼ੁਰੂ ਕਰ ਦਿੱਤੀ। ਯਾਨੀ ਕਿ ਜਿਹੜੇ ਉੱਥੇ ਦੇ ਲੋਕ ਸਨ ਉਹਨਾਂ ਨੇ ਕਿਹੜੀ ਫਸਲ ਉਗਾਈ? ਕਣਕ ਦੀ ਫਸਲ, ਮਟਰ, ਚੁਕੰਦਰ, ਕਪਾਹ, ਅੰਜੀਰ, ਖਜੂਰ ਅਤੇ ਜੈਤੂਨ ਦੀ ਜਿਹੜੀ ਫਸਲ ਹੈ ਉਗਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਬੱਕਰੀਆਂ, ਸਾਂਢ, ਗਧੇ ਵੀ ਪਾਲੇ। ਨੀਲ ਨਦੀ ਉੱਤੇ ਬੰਨ੍ਹ ਬਣਾ ਕੇ ਸਿੰਚਾਈ ਦਾ ਪ੍ਰਬੰਧ ਕੀਤਾ। ਫਸਲ ਦੀ ਬਹਾਰ ਆਈ ਅਤੇ ਇਸ ਤਰ੍ਹਾਂ ਇੱਕ ਮਹਾਨ ਸੱਭਿਅਤਾ ਨੇ ਜਨਮ ਲਿਆ। ਯਾਨੀ ਕਿ ਪਹਿਲਾਂ ਜਿਹੜੀ ਹੈ ਆਦਿ ਮਾਨਵ ਦੁਆਰਾ ਬੀਜਾਂ ਦਾ ਜਿਹੜਾ ਹੈ ਜਨਮ ਕੀਤਾ ਗਿਆ, ਖੋਜ ਕੀਤੀ ਗਈ ਉਹਨਾਂ ਦੀ। ਉਸ ਤੋਂ ਬਾਅਦ ਸਿੰਧੂ ਘਾਟੀ ਦੇ ਵਿੱਚ ਫਸਲਾਂ ਦਾ ਜਨਮ ਹੋਇਆ। ਫਿਰ ਵੈਦਿਕ ਯੁੱਗ ਆਇਆ। ਉਸ ਤੋਂ ਬਾਅਦ ਜਿਹੜਾ ਹੈ ਨੀਲ ਨਦੀ ਦੇ ਜਿਹੜੇ ਲੋਕ ਸਨ ਉਹਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਨੇ ਕਿਹੜੀ ਫਸਲ ਦਾ ਜਿਹੜਾ ਹੈ ਪੈਦਾਵਾਰ ਕੀਤੀ। ਅਤੇ ਉਸ ਤੋਂ ਬਾਅਦ ਦੇਖੋ 3500 ਈਸਵੀ ਪੂਰਵ ਦੱਖਣੀ ਅਮਰੀਕਾ ਵਿੱਚ ਵੀ ਸੱਭਿਅਤਾ ਦਾ ਵਿਕਾਸ ਹੋਇਆ। ਭਾਰਤ ਦੀ ਮੱਕੀ ਉਹਨਾਂ ਦੀ ਮੁੱਖ ਫਸਲ ਸੀ, ਯਾਨੀ ਕਿ ਭਾਰਤ ਦੇ ਵਿੱਚ ਜਿਹੜੀ ਮੱਕੀ ਦੀ ਫਸਲ ਸੀ ਉਹ ਦੱਖਣੀ ਅਮਰੀਕਾ ਦੀ ਜਿਹੜੀ ਹੈ ਮੁੱਖ ਫਸਲ ਹੋਈ ਹੈ। ਉਸ ਨੇ ਫੁੱਟ ਉਹ ਮਿਰਚ, ਕਪਾਹ, ਕੋਕੋ ਅਤੇ ਆਲੂ ਦੀ ਫਸਲ ਵੀ ਕਰਨ ਲੱਗ ਪਏ। ਕੋਕੋ ਦਾ ਅਰਥ ਹੈ ਕਿ ਜਿਹੜੀ ਕੌਫੀ ਹੁੰਦੀ ਹੈ ਉਸ ਦੀ ਜਿਹੜੀ ਖੇਤੀ ਸ਼ੁਰੂ ਕੀਤੀ ਗਈ। ਖੇਤੀ ਵਧਣ ਦੇ ਨਾਲ ਨਾਲ ਪਿੰਡ ਵੀ ਫੈਲਣੇ ਸ਼ੁਰੂ ਹੋ ਗਏ ਕਿ ਜਿਸ ਤਰ੍ਹਾਂ ਜਿਹੜੀ ਹੈ ਖੇਤੀ ਦਾ ਵਿਕਾਸ ਹੁੰਦਾ ਗਿਆ ਉਸੇ ਤਰ੍ਹਾਂ ਹੀ ਜਿਹੜਾ ਹੈ ਪਿੰਡਾਂ ਦਾ ਵਿਕਾਸ ਹੁੰਦਾ ਗਿਆ, ਪਿੰਡਾਂ ਦਾ ਜਿਹੜਾ ਜਨਮ ਹੁੰਦਾ ਗਿਆ। ਹਰ ਇੱਕ ਸੱਭਿਅਤਾ ਦਾ ਵਿਕਾਸ ਭਾਰਤੀ ਸੱਭਿਅਤਾ ਦੇ ਨਾਲ ਹੀ ਹੋਇਆ ਹੈ। ਸਾਡੇ ਵੱਡੇ ਵਡੇਰਿਆਂ ਨੇ ਬਹੁਤ ਔਕੜਾਂ ਝੱਲੀਆਂ ਦਾ ਮਤਲਬ ਹੈ ਕਿ ਉਹਨਾਂ ਨੇ ਜਿਹੜਾ ਹੈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਚੰਗੀ ਮੰਦੀ ਵਸਤੂ ਦੀ ਪਰਖ ਕਰਕੇ ਸਾਨੂੰ ਸੁੰਦਰ ਫਸਲਾਂ ਦਿੱਤੀਆਂ। ਉਹਨਾਂ ਨੇ ਏਸ਼ੀਆ ਵਿੱਚੋਂ ਕਣਕ, ਜੌਂ, ਕਪਾਹ, ਜਵਾਰ, ਸੋਇਆਬੀਨ, ਗੰਨਾ ਅਤੇ ਚਾਹ ਵਰਗੀਆਂ ਫਸਲਾਂ ਦਿੱਤੀਆਂ। ਯੂਰਪ ਵਿੱਚ ਕਾਫੀ, ਮੱਕੀ, ਆਲੂ, ਮੂੰਗਫਲੀ ਅਤੇ ਕੋਕੋ ਮੱਧ ਅਮਰੀਕਾ ਵਿੱਚੋਂ ਪ੍ਰਾਪਤ ਹੋਈ। ਯਾਨੀ ਕਿ ਜਿਹੜੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀ ਹੈ ਵੱਖ-ਵੱਖ ਫਸਲਾਂ ਨੇ ਜਿਹੜਾ ਹੌਲੀ ਹੌਲੀ ਜਨਮ ਲਿਆ। ਹਜ਼ਾਰਾਂ ਸਾਲ ਦੀ ਮਿਹਨਤ ਉਪਰੰਤ ਇਹ ਸਭ ਕੁਝ ਪੱਲੇ ਪਾਇਆ। ਚੌਲ ਭਾਰਤ ਰਾਹੀਂ ਹੋ ਕੇ ਚੀਨ, ਜਾਪਾਨ ਅਤੇ ਵਿਸ਼ਵ ਭਰ ਵਿੱਚ ਫੈਲ ਗਿਆ। ਯਾਨੀ ਕਿ ਚਾਵਲ ਦੀ ਜਿਹੜੀ ਖੇਤੀ ਹੈ, ਚੌਲਾਂ ਦੀ ਖੇਤੀ ਹੈ, ਉਹ ਭਾਰਤ ਤੋਂ ਹੋ ਕੇ ਹੌਲੀ ਹੌਲੀ ਜਿਹੜਾ ਹੈ ਚੀਨ, ਜਾਪਾਨ ਤੱਕ ਜਿਹੜੀ ਹੈ ਫੈਲ ਗਈ। ਪੱਛਮੀ ਏਸ਼ੀਆ ਵਿੱਚ ਪੈਦਾ ਹੋਈ ਕਣਕ ਅੱਜ ਵਿਸ਼ਵ ਭਰ ਵਿੱਚ ਫੈਲ ਰਹੀ ਹੈ। ਯਾਨੀ ਕਿ ਪੱਛਮੀ ਏਸ਼ੀਆ ਵਿੱਚ ਜਿਹੜੀ ਹੈ ਕਣਕ ਦੀ ਖੇਤੀ ਪੈਦਾਵਾਰ ਜਿਹੜੀ ਹੈ ਸ਼ੁਰੂ ਕੀਤੀ ਗਈ। ਭਾਰਤ ਦਾ ਗੰਨਾ ਕਈ ਦੇਸ਼ਾਂ ਦਾ ਮੁੱਖ ਫਸਲ ਬਣ ਕੇ ਸੰਸਾਰ ਭਰ ਦੇ ਲੋਕਾਂ ਨੂੰ ਮਿਠਾਸ ਦੇ ਰਿਹਾ ਹੈ। ਯਾਨੀ ਕਿ ਗੰਨੇ ਦੀ ਜਿਹੜੀ ਫਸਲ ਹੈ ਉਹ ਭਾਰਤ ਵਿੱਚ ਕੀਤੀ ਗਈ ਅਤੇ ਉਹ ਜਿਹੜਾ ਹੈ ਕਾਫੀ ਸਾਰੇ ਦੇਸ਼ਾਂ ਦੇ ਵਿੱਚ ਉਸ ਦੀ ਜਿਹੜੀ ਫਸਲ ਫੈਲ ਚੁੱਕੀ ਹੈ। ਦੱਖਣੀ ਅਮਰੀਕਾ ਦੀ ਮੱਕੀ, ਆਲੂ ਅਤੇ ਮੂੰਗਫਲੀ ਵਿਸ਼ਵ ਭਰ ਵਿੱਚ ਉੱਗ ਰਹੀ ਹੈ। ਮੂੰਗਫਲੀ ਦਾ ਜਨਮ ਇਹ ਸਥਾਨ ਦੱਖਣੀ ਅਮਰੀਕਾ ਹੀ ਹੈ ਅਤੇ ਸੋਇਆਬੀਨ ਚੀਨ ਦੀ ਦੇਣ ਹੈ। ਯਾਨੀ ਕਿ ਇਸ ਦੇ ਵਿੱਚ ਤੁਹਾਨੂੰ ਇਹੀ ਦੱਸਿਆ ਗਿਆ ਹੈ ਕਿ ਜਿਹੜੀ
ਪ੍ਰਮੁੱਖ ਫਸਲਾਂ ਹੋਈਆਂ ਹਨ, ਕਿਸ ਇਲਾਕੇ ਦੇ ਵਿੱਚ ਜਿਹੜੀ ਹੈ ਕਿਹੜੀ ਫਸਲ ਦਾ ਜਿਹੜਾ ਜਨਮ ਹੋਇਆ, ਅਤੇ ਹੌਲੀ ਹੌਲੀ ਕਰਕੇ ਜਿਹੜਾ ਹੈ ਉਹ ਪੂਰੇ ਸੰਸਾਰ ਦੇ ਵਿੱਚ ਉਹਨਾਂ ਫਸਲਾਂ ਦਾ ਜਿਹੜਾ ਜਨਮ